ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਭਾਗ ਵਿੱਚ ਆਪਾਂ ਸਾਖੀ ਪੜ੍ਹੀ ਸੀ ਰੱਬ ਦਾ ਘਰ। ਅੱਜ ਆਪਾਂ ਪੜਾਂਗੇ ਸ਼੍ਰੀ ਲਹਿਣਾ ਜੀ ਤੋਂ ਸ਼੍ਰੀ ਗੁਰੂ ਅੰਗਦ ਦੇਵ ਜੀ। ਅੰਮ੍ਰਿਤਸਰ ਦੇ ਜ਼ਿਲ੍ਹੇ ਵਿੱਚ ਖਡੂਰ ਨਾਂ ਦਾ ਇੱਕ ਬਹੁਤ ਪੁਰਾਣਾ ਪਿੰਡ ਹੈ। ਗੁਰੂ ਨਾਨਕ ਦੇਵ ਜੀ ਦੇ ਵੇਲੇ ਉੱਥੇ ਇੱਕ ਧਰਮੀ ਬੰਦਾ ਰਿਹਾ ਕਰਦਾ ਸੀ। ਉਸਦਾ ਨਾਮ ਭਾਈ ਲਹਿਣਾ ਸੀ। ਉਹ ਦੇਵੀ ਦੀ ਪੂਜਾ ਕਰਦਾ ਹੁੰਦਾ ਸੀ। ਹਰ ਸਾਲ ਉਹ ਲਾਗੇ ਚਾਗੇ ਦੇ ਦੇਵੀ ਭਗਤਾਂ ਦਾ ਜਥਾ ਲੈ ਕੇ ਦੇਵੀ ਦੇ ਦਰਸ਼ਨਾਂ ਲਈ ਜਵਾਲਾਮੁਖੀ ਜਾਇਆ ਕਰਦਾ ਸੀ। ਉਸੇ ਪਿੰਡ ਵਿੱਚ ਗੁਰੂ ਨਾਨਕ ਦੇਵ ਜੀ ਦਾ ਇੱਕ ਸਿੱਖ ਰਹਿੰਦਾ ਸੀ। ਉਸਦਾ ਨਾਂ ਭਾਈ ਜੋਧਾ ਸੀ। ਉਹ ਹਰ ਰੋਜ਼ ਅੰਮ੍ਰਿਤ ਵੇਲੇ ਬਾਹਰ ਜਾ ਕੇ ਇਸ਼ਨਾਨ ਕਰਦੇ ਅਤੇ ਫਿਰ ਬਹਿ ਕੇ ਗੁਰੂ ਦੀ ਬਾਣੀ ਦਾ ਪਾਠ ਕਰਦੇ ਹੁੰਦੇ ਸਨ। ਇੱਕ ਦਿਨ ਸ਼੍ਰੀ ਲਹਿਣਾ ਜੀ ਉੱਥੇ ਪੁੱਜ ਗਏ। ਪਾਠ ਸੁਣ ਕੇ ਉਹਨਾਂ ਨੂੰ ਬੜਾ ਆਨੰਦ ਆਇਆ। ਉਹਨਾਂ ਨੇ ਭਾਈ ਜੋਧਾ ਜੀ ਤੋਂ ਪੁੱਛਿਆ, ਜਿਸ ਬਾਣੀ ਦਾ ਪਾਠ ਕਰ ਰਹੇ ਸੋ ਉਹ ਕਿਸ ਮਹਾਂਪੁਰਸ਼ ਦੀ ਹੈ? ਉਹ ਕਿੱਥੇ ਰਹਿੰਦੇ ਹਨ? ਭਾਈ ਜੋਧਾ ਜੀ, ਇਹ ਬਾਣੀ ਗੁਰੂ ਨਾਨਕ ਦੇਵ ਜੀ ਦੀ ਹੈ। ਉਹ ਕਰਤਾਰਪੁਰ ਵਿੱਚ ਰਹਿੰਦੇ ਹਨ। ਇਹ ਗੱਲ ਸੁਣ ਕੇ ਸ਼੍ਰੀ ਲਹਿਣਾ ਜੀ ਨੇ ਸੋਚਿਆ, ਗੁਰੂ ਜੀ ਦੇ ਦਰਸ਼ਨ ਕਰਨੇ ਚਾਹੀਦੇ ਹਨ। ਅਗਲੀ ਵੇਰ ਦੇਵੀ ਦੇ ਮੰਦਰ ਨੂੰ ਜਾਂਦੇ ਹੋਏ ਕਰਤਾਰਪੁਰ ਵੱਲ ਦੀ ਹੋ ਕੇ ਜਾਵਾਂਗੇ। ਸੋ ਉਹਨਾਂ ਨੇ ਉਸੇ ਤਰ੍ਹਾਂ ਕੀਤਾ। ਦੇਵੀ ਭਗਤਾਂ ਦਾ ਜਥਾ ਜਾਂ ਸੰਗ ਕਰਤਾਰਪੁਰ ਦੇ ਨੇੜੇ ਠਹਿਰ ਗਿਆ। ਸ਼੍ਰੀ ਲਹਿਣਾ ਜੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਲਈ ਗਏ। ਦਰਸ਼ਨ ਕਰਕੇ ਨਿਹਾਲ ਹੋ ਗਏ। ਜੀ ਕੀਤਾ ਕਿ ਇੱਥੇ ਹੀ ਟਿਕੇ ਰਹੀਏ। ਇੰਨੇ ਨੂੰ ਉਹਨਾਂ ਦੇ ਸਾਥੀ ਉੱਥੇ ਆ ਗਏ ਅਤੇ ਕਹਿਣ ਲੱਗੇ, ਚਲੋ ਦੇਵੀ ਦੇ ਮੰਦਰ ਨੂੰ ਚੱਲੀਏ। ਅੱਗੋਂ ਬੋਲੇ, ਤੁਸੀਂ ਜਾਓ, ਮੈਂ ਹੁਣ ਇੱਥੇ ਹੀ ਰਹਾਂਗਾ। ਸਾਥੀ ਚਲੇ ਗਏ। ਸ਼੍ਰੀ ਲਹਿਣਾ ਜੀ ਗੁਰੂ ਨਾਨਕ ਦੇਵ ਜੀ ਪਾਸ ਰਹਿ ਪਏ। ਕੁਝ ਦਿਨਾਂ ਮਗਰੋਂ ਗੁਰੂ ਜੀ ਦੇ ਹੁਕਮ ਨਾਲ ਲਹਿਣਾ ਜੀ ਆਪਣੇ ਘਰ ਗਏ। ਘਰ ਦਾ ਕੰਮ ਕਾਜ ਠੀਕ ਠਾਕ ਕਰਕੇ ਉਹ ਮੁੜ ਕਰਤਾਰਪੁਰ ਜਾ ਪਹੁੰਚੇ। ਜਾਂਦੇ ਹੋਏ ਉਹ ਗੁਰੂ ਜੀ ਦੇ ਲੰਗਰ ਲਈ 1.25 ਮਣ ਲੂਣ ਦੀ ਪੰਡ ਸਿਰ ਤੇ ਚੁੱਕ ਕੇ ਲੈ ਗਏ। ਪੰਡ ਰੱਖਣ ਮਗਰੋਂ ਉਹ ਗੁਰੂ ਜੀ ਨੂੰ ਖੇਤਾਂ ਵਿੱਚ ਜਾ ਮਿਲੇ। ਗੁਰੂ ਜੀ ਉਸ ਵੇਲੇ ਸਿੱਖਾਂ ਸਮੇਤ ਝੋਨੇ ਦੀ ਪੈਲੀ ਵਿੱਚੋਂ ਘਾਹ ਬੂਟਾ ਕੱਢ ਰਹੇ ਸਨ। ਸ਼੍ਰੀ ਲਹਿਣਾ ਜੀ ਉਸੇ ਕੰਮ ਲੱਗ ਪਏ। ਗੁਰੂ ਜੀ ਨੇ ਗਿੱਲੇ ਘਾਹ ਦੀਆਂ 3 ਪੰਡਾਂ ਤਿਆਰ ਕਰ ਲਈਆਂ। ਉਹਨਾਂ ਨੇ ਫਿਰ ਆਪਣੇ ਦੋਹਾਂ ਪੁੱਤਰਾਂ ਸ਼੍ਰੀ ਚੰਦ ਜੀ ਅਤੇ ਲਖਮੀ ਦਾਸ ਜੀ ਨੂੰ ਇੱਕ ਪੰਡ ਚੁੱਕ ਕੇ ਹਵੇਲੀ ਲੈ ਜਾਣ ਲਈ ਕਿਹਾ। ਉਹਨਾਂ ਦੋਹਾਂ ਨੇ ਹੀ ਨਾਂਹ ਕਰ ਦਿੱਤੀ ਅਤੇ ਕਿਹਾ ਕਿ ਇਹ ਕੰਮ ਕਿਸੇ ਸਿੱਖ ਸੇਵਕ ਤੋਂ ਕਰਾਓ। ਫਿਰ ਗੁਰੂ ਜੀ ਨੇ ਸ਼੍ਰੀ ਲਹਿਣਾ ਜੀ ਨੂੰ ਕਿਹਾ। ਉਹਨਾਂ 3 ਪੰਡਾਂ ਇੱਕ ਥਾਂ ਕਰਕੇ ਚੁੱਕ ਲਈਆਂ ਅਤੇ ਘਾਹ ਪਸ਼ੂਆਂ ਨੂੰ ਜਾ ਪਾਇਆ। ਘਾਹ ਵਿੱਚੋਂ ਤੁਪਕੇ ਡਿੱਗ ਕੇ ਉਹਨਾਂ ਦੇ ਰੇਸ਼ਮੀ ਕੱਪੜਿਆਂ ਉੱਪਰ ਪੈਂਦੇ ਗਏ ਅਤੇ ਦਾਗ ਪਈ ਗਏ। ਪਰ ਸ਼੍ਰੀ ਲਹਿਣਾ ਜੀ ਨੂੰ ਹੁਕਮ ਮੰਨਣ ਅਤੇ ਸੇਵਾ ਕਰਨ ਦਾ ਇੰਨਾ ਚਾਅ ਸੀ ਕਿ ਉਹਨਾਂ ਨੇ ਕੱਪੜੇ ਲਿਬੜ ਜਾਣ ਦੀ ਜਰਾ ਵੀ ਪਰਵਾਹ ਨਾ ਕੀਤੀ। ਸ਼੍ਰੀ ਲਹਿਣਾ ਜੀ ਗੁਰੂ ਜੀ ਦੇ ਹੁਕਮੀ ਸਿੱਖ ਬਣੇ। ਉਹ ਸੇਵਾ ਕਰਦੇ ਰਹੇ। ਜੋ ਵੀ ਹੁਕਮ ਗੁਰੂ ਜੀ ਦਿੰਦੇ ਉਸਨੂੰ 7 ਬਚਨ ਕਹਿ ਕੇ ਪੂਰਾ ਕਰਦੇ। ਨਾ ਹੀ ਅੱਗੋਂ ਕੋਈ ਸਵਾਲ ਪੁੱਛਦੇ ਤੇ ਨਾ ਹੀ ਰੱਤੀ ਜਿੰਨਾ ਵੀ ਮੋੜ ਘੇੜ ਜਾਂ ਜੱਕੋ ਤੱਕਾ ਹੀ ਕਰਦੇ। ਗੁਰੂ ਜੀ ਨੇ ਕਈ ਵੇਰ ਉਹਨਾਂ ਦੀ ਪ੍ਰੀਖਿਆ ਕੀਤੀ। ਉਹ ਹਰ ਵੇਰ ਹੀ ਪਾਸ ਹੁੰਦੇ ਤੇ ਪੂਰੇ ਨਿਕਲਦੇ ਰਹੇ। ਇੱਕ ਵੇਰ ਗੁਰੂ ਜੀ ਦਾ ਇੱਕ ਕਟੋਰਾ ਗੰਦੇ ਟੋਏ ਵਿੱਚ ਡਿੱਗ ਪਿਆ। ਗੁਰੂ ਜੀ ਨੇ ਪੁੱਤਰਾਂ ਨੂੰ ਕਿਹਾ ਕਿ ਕਟੋਰਾ ਕੱਢੋ। ਉਹ ਨਾ ਮੰਨੇ। ਗੁਰੂ ਜੀ ਨੇ ਸ਼੍ਰੀ ਲਹਿਣਾ ਜੀ ਵੱਲ ਧਿਆਨ ਕੀਤਾ। ਉਹ ਝੱਟ ਟੋਏ ਵਿੱਚ ਕੁੱਦ ਪਏ। ਉਹਨਾਂ ਨੇ ਕਟੋਰਾ ਕੱਢ ਲਿਆਂਦਾ। ਇੱਕ ਵੇਰ ਸਿਆਲ ਦੀ ਰੁੱਤ ਸੀ। ਠੰਡੀ ਹਵਾ ਵਗ ਰਹੀ ਸੀ। ਗੁਰੂ ਜੀ ਰਾਵੀ ਤੇ ਇਸ਼ਨਾਨ ਕਰਨ ਗਏ। ਕਈ ਸਿੱਖ ਆਪ ਦੇ ਨਾਲ ਸਨ। ਗੁਰੂ ਜੀ ਇਸ਼ਨਾਨ ਕਰਨ ਲੱਗ ਪਏ। ਸਿੱਖ ਕੰਢੇ ਉੱਤੇ ਖੜੇ ਰਹੇ। ਇੰਨੇ ਨੂੰ ਜ਼ੋਰ ਦਾ ਮੀਂਹ ਵਰਨ ਲੱਗ ਪਿਆ। ਮੀਂਹ ਤੋਂ ਬਚਣ ਲਈ ਲਾਗੇ ਆਸਰਾ ਕੋਈ ਨਹੀਂ ਸੀ। ਬਾਕੀ ਦੇ ਸਿੱਖ ਸਭ ਡੇਰੇ ਨੂੰ ਮੁੜ ਗਏ। ਸ਼੍ਰੀ ਲਹਿਣਾ ਜੀ ਉੱਥੇ ਖਲੋਤੇ ਰਹੇ। ਜਦ ਚੋਖੇ ਚਿਰ ਮਗਰੋਂ ਗੁਰੂ ਜੀ ਇਸ਼ਨਾਨ ਕਰਕੇ ਨਿਕਲੇ ਤਾਂ ਉਹਨਾਂ ਨੇ ਸ਼੍ਰੀ ਲਹਿਣਾ ਜੀ ਨੂੰ ਕਿਹਾ, ਹੋਰ ਸਭ ਚਲੇ ਗਏ, ਤੁਸੀਂ ਕਿਉਂ ਨਾ ਗਏ? ਸ਼੍ਰੀ ਲਹਿਣਾ ਜੀ ਨੇ ਉੱਤਰ ਦਿੱਤਾ, ਮੈਂ ਆਪ ਦਾ ਸੇਵਕ ਹਾਂ। ਸੇਵਕ ਦਾ ਕੰਮ ਨਹੀਂ ਕਿ ਮਾਲਕ ਨੂੰ ਛੱਡ ਕੇ ਚਲਿਆ ਜਾਵੇ। ਇੱਕ ਰਾਤ ਜ਼ੋਰ ਦਾ ਮੀਂਹ ਵਰ ਰਿਹਾ ਸੀ। ਗੁਰਦੁਆਰੇ ਦੀ ਇੱਕ ਕੰਧ ਡਿੱਗ ਪਈ। ਗੁਰੂ ਜੀ ਨੇ ਆਪਣੇ ਪੁੱਤਰ ਅਤੇ ਸਿੱਖਾਂ ਨੂੰ ਵਾਰੀ ਕਿਹਾ, ਕੰਧ ਬਣਾਓ। ਉਹ ਅੱਗੋਂ ਕਹਿਣ ਲੱਗੇ, ਜੀ ਦਿਨ ਚੜ੍ਹ ਲੈਣ ਦਿਓ ਤੇ ਮੀਂਹ ਹਟ ਲੈਣ ਦਿਓ। ਵਰਦੇ ਮੀਂਹ ਵਿੱਚ ਕੱਚੀ ਕੰਧ ਠਹਿਰਨੀ ਨਹੀਂ। ਗੁਰੂ ਜੀ ਨੇ ਸ਼੍ਰੀ ਲਹਿਣਾ ਜੀ ਨੂੰ ਕਿਹਾ।
ਉਹ 7 ਬਚਨ ਆਖ ਕੰਧ ਬਣਾਉਣ ਲੱਗ ਪਏ। ਕੱਚੀ ਕੰਧ ਨਾਲੋਂ ਨਾਲ ਮੀਂਹ ਨਾਲ ਡਿੱਗਦੀ ਜਾਵੇ ਤੇ ਉਹ ਮੁੜ ਮੁੜ ਬਣਾਈ ਜਾਣ। ਉਹ ਕਹਿਣ ਮੈਂ ਤਾਂ ਹੁਕਮ ਮੰਨਣਾ ਹੈ, ਕੰਮ ਸਿਰੇ ਚੜ੍ਹੇ ਜਾਂ ਨਾ ਚੜ੍ਹੇ ਇਹ ਗੁਰੂ ਜੀ ਦੇ ਵੱਸ ਹੈ। ਇੱਕ ਵੇਰ ਰਾਤ ਵੇਲੇ ਗੁਰੂ ਜੀ ਨੇ ਆਪਣੇ ਪੁੱਤਰਾਂ ਤੇ ਸਿੱਖਾਂ ਨੂੰ ਕਿਹਾ, ਦਰਿਆ 'ਤੇ ਜਾ ਕੇ ਕੱਪੜੇ ਧੋ ਲਿਆਓ। ਪੁੱਤਰਾਂ ਨੇ ਤੇ ਕਹਿ ਦਿੱਤਾ, ਇੰਨੇ ਸਾਰੇ ਸਿੱਖ ਕਾਹਦੇ ਲਈ ਹਨ? ਸਿੱਖਾਂ ਨੇ ਕਿਹਾ, ਜੀ ਦਿਨ ਚੜ੍ਹ ਲੈਣ ਦਿਓ। ਪਰ ਸ਼੍ਰੀ ਲਹਿਣਾ ਜੀ ਕੱਪੜੇ ਲੈ ਕੇ ਝੱਟ ਦਰਿਆ 'ਤੇ ਚਲੇ ਗਏ ਅਤੇ ਇਉਂ ਧੋ ਲਿਆਏ ਜਿਵੇਂ ਦਿਨ ਦੇ ਚਾਨਣੇ ਧੋਈਦੇ ਹਨ। ਇਸ ਤਰ੍ਹਾਂ ਗੁਰੂ ਜੀ ਨੇ ਉਹਨਾਂ ਨੂੰ ਕਈ ਵਾਰ ਪਰਖਿਆ। ਉਹ ਹਰ ਵੇਰ ਪੂਰੇ ਨਿਕਲੇ। ਗੁਰੂ ਜੀ ਨੇ ਫੈਸਲਾ ਕੀਤਾ ਕਿ ਸਾਡੇ ਮਗਰੋਂ ਗੁਰਗੱਦੀ ਉੱਪਰ ਸ਼੍ਰੀ ਲਹਿਣਾ ਜੀ ਬਹਿਣਗੇ ਅਤੇ ਗੁਰੂ ਬਣਨਗੇ। ਆਪ ਨੇ ਉਹਨਾਂ ਦਾ ਨਾਂ ਸ਼੍ਰੀ ਅੰਗਦ ਜੀ ਰੱਖਿਆ। ਸਮਾਂ ਪਾ ਕੇ ਉਹ ਸ਼੍ਰੀ ਗੁਰੂ ਅੰਗਦ ਦੇਵ ਜੀ ਬਣ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।